ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਅੱਸੂ ਮਹੀਨੇ ਵਿੱਚ ਕਰਵਾਏ ਅਖੰਡ ਪਾਠ ਸਾਹਿਬ ਤੋਂ ਸਮਾਗਮ ਤੋਂ ਅਗਲੇ ਮਹੀਨੇ 30 ਕੋ ਪ੍ਰੇਮੀ ਗੁਰੂ ਦੇ ਲੜ ਲੱਗਣ ਵਾਸਤੇ ਤਿਆਰ ਹੋ ਗਏ। ਪੰਜਾਂ ਪਿਆਰਿਆਂ ਨੂੰ ਸੱਦ ਕੇ ਪਿੰਡ ਬਹਲੀਆ ਦੇ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਗਿਆ ਅਤੇ ਜੀਵਨ ਸਫਲਾ ਕਰਨ ਦੀ ਜਾਂਚ ਦੱਸੀ ਗਈ। ਬਾਬਾ ਜੀ ਦੇ ਮਨ ਵਿੱਚ ਵਿਚਾਰ ਕੀਤੀ ਕਿ ਗੁਰੂ ਪਾਤਸ਼ਾਹ ਜੀ ਨੇ ਇਸ ਸੇਵਾ ਲਈ ਇਸ ਸਥਾਨ ਤੇ ਮੈਨੂੰ ਭੇਜਿਆ ਹੈ। ਉਸ ਦੀ ਪੂਰਤੀ ਲਈ ਸਤਿਗੁਰੂ ਜੀ ਆਪ ਹੀ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਇਹ ਕਾਰਜ ਕਰਵਾ ਰਹੇ ਹਨ। ਇਸੇ ਅੱਸੂ ਦੇ ਪਹਿਲੇ ਆਰੰਭ ਅਖੰਡ ਪਾਠ ਸਾਹਿਬ ਜੀ ਤੋਂ ਬਾਅਦ ਗੁਫਾ ਵਿੱਚ ਹੀ ਸਤਿਗੁਰੂ ਜੀ ਦਾ ਪ੍ਰਕਾਸ਼ ਕਰਕੇ ਹਰ ਐਤਵਾਰ ਦੀ ਰਾਤ ਨੂੰ ਰਾਤ ਦੇ 12 ਵਜੇ ਤੱਕ ਕੀਰਤਨ ਦਾ ਪ੍ਰੋਗਰਾਮ ਆਰੰਭ ਹੋ ਗਿਆ। ਕੀਰਤਨ ਆਪ ਹੀ ਸੰਗਤ ਰਲ ਮਿਲ ਕੇ ਸੇਵਾ ਨਿਭਾ ਦਿੰਦੀ ਸੀ। ਬੜੇ ਪ੍ਰੇਮ ਨਾਲ ਕੀਰਤਨ ਕਰਦੇ ਸਨ। ਸੰਗਤ ਆਨੰਦ ਮਾਣਦੀ ਸੀ। ਇੱਕ ਛੋਟੀ ਜਿਹੀ ਸੰਗਤ ਰੂਪ ਹਜੂਰ ਬੈਠ ਕੇ ਬੜੇ ਪਿਆਰ ਨਾਲ ਸਿੱਧੀਆਂ ਧਾਰਨਾ ਵਿੱਚ ਬਿਨਾਂ ਵਾਜੇ ਦੇ ਤੇ ਢੋਲਕੀ ਤੇ ਚਿਮਟੇ ਨਾਲ ਹੀ ਕੀਰਤਨ ਕਰਦੇ ਸਨ। ਪ੍ਰਭੂ ਉਸਤਤੀ ਗਾ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਦੇ ਸਨ। ਪੂਰਨਮਾਸ਼ੀ ਦੀ ਰਾਤ ਦੇ ਸਮਾਗਮ ਸ਼ੁਰੂ ਹੋ ਗਏ। ਹੋਰ ਲਾਹਾ ਲੈਣ ਵਾਸਤੇ ਹਰ ਪੂਰਨਮਾਸ਼ੀ ਦੀ ਰਾਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੇ ਪਾਠ ਵਾਰੀ ਸਾਰੀ ਸੰਗਤ ਕਰਦੀ। ਇੱਕ ਸਿੰਘ ਪਾਠ ਪੂਰਾ ਕਰਦਾ, ਬਾਕੀ ਸੁਣਦੇ। ਫਿਰ ਦੂਸਰਾ ਆਪਣੀ ਬਾਣੀ ਨਾਲ ਪਾਠ ਦਾ ਉਚਾਰਨ ਕਰਦਾ। ਫਿਰ ਪਾਠ ਪੂਰਾ ਕਰ ਲੈਣ ਉਪਰੰਤ ਤੀਸਰਾ ਇਸੇ ਤਰ੍ਹਾਂ ਹੀ ਪਾਠ ਕਰਦਾ। ਵਾਰੀ ਜਿੰਨੀ ਸੰਗਤ ਹੁੰਦੀ ਸਾਰੀ ਸੰਗਤ ਜਪਜੀ ਸਾਹਿਬ ਜੀ ਦੇ ਪਾਠ ਕਰਦੇ। ਅਖੀਰ ਦੇ ਵਿੱਚ ਸੰਸਕ੍ਰਿਤੀ ਸ਼ਲੋਕ ਦੀ ਸਾਰੀ ਸੰਗਤ ਰਲ ਕੇ ਪੜ੍ਹਦੀ। ਘੋਰ ਦੁਖਨ ਅਨੇਕ ਹਸਤਨ ਜਨਮ ਦ੍ਰਿਦਨ ਮਹਾਵਿਗਾਦਨ ਮਿਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਪ ਕਾਸ਼ਟ ਭਸਮ ਕਰੋਰਤ। ਇਹ ਸ਼ਲੋਕ ਸੰਸਕ੍ਰਿਤੀ ਸ਼ਲੋਕ ਸਾਰੀ ਸੰਗਤ ਰਲ ਕੇ ਜਾਪ ਕਰਦੀ। ਇਹ ਸਾਰੇ ਪਾਠ ਪੂਰੇ ਕਰਨ ਤੱਕ ਅੰਮ੍ਰਿਤ ਵੇਲਾ ਹੋ ਜਾਂਦਾ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਸਤੇ ਨਿਤਨੇਮ ਉਪਰੰਤ ਸੁਖਨੀ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ। ਫਿਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਸਤਿਗੁਰੂ ਜੀ ਦੇ ਹਜ਼ੂਰ ਅਰਦਾਸ ਕਰਕੇ ਚਾਹ ਦਾ ਲੰਗਰ ਛਕਣ ਉਪਰੰਤ ਸਾਰੀ ਸੰਗਤ ਆਪੋ ਆਪਣੇ ਘਰਾਂ ਨੂੰ ਚਾਲੇ ਪਾ ਦਿੰਦੀ। 1 ਸਾਲ ਪਰ ਇਹ ਨਿਯਮ ਚੱਲਦਾ ਰਿਹਾ। ਸੰਗਤ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਗਈ। ਕਈ ਵਾਰ ਬਾਰਿਸ਼ ਦਾ ਮੌਸਮ ਹੋਣ ਕਾਰਨ ਜਾਂ ਠੰਡ ਕਾਰਨ ਸੰਗਤ ਨੂੰ ਔਖਾ ਹੁੰਦਾ। ਇਸ ਮਨੋਰਥ ਦੀ ਪੂਰਤੀ ਲਈ ਛਪਰੀ ਅਤੇ ਗੁਫਾ ਤੋਂ ਚੜ੍ਹਦੇ ਪਾਸੇ ਇੱਕ ਵੱਡੀ ਛੰਨ ਸੰਗਤ ਦੇ ਉਦਮ ਨਾਲ ਹੋਂਦ ਵਿੱਚ ਆ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਇਸ ਛੰਨ ਵਿੱਚ ਹੋਣਾ ਆਰੰਭ ਹੋ ਗਿਆ। ਦੋਨਾਂ ਛੋਟੇ ਦੀਵਾਨਾ ਜੋ ਹਫ਼ਤਾਵਾਰੀ ਸੀ ਉਹ ਵੀ ਜਾਰੀ ਰਿਹਾ ਕਰਦੇ ਸਨ। ਪੂਰਨਮਾਸ਼ੀ ਦੀ ਰਾਤ ਨੂੰ ਰਹਿਣ ਸਥਾਈ ਕੀਰਤਨ ਵੀ ਸੰਗਤ ਦੇ ਉਦਮ ਨਾਲ ਆਰੰਭ ਹੋ ਗਿਆ, ਜਿਸ ਵਿੱਚ ਬਾਹਰੋਂ ਪਿੰਡਾਂ ਤੋਂ ਕਾਫੀ ਸੰਗਤ ਆ ਕੇ ਹਾਜ਼ਰੀ ਭਰਦੀ ਸੀ। ਕੀਰਤਨ ਦੀ ਸੇਵਾ ਭਾਈ ਸੰਤੋਖ ਸਿੰਘ ਜੀ, ਉਸਮਾਨ ਸ਼ਹੀਦ ਡਾਕਟਰ ਪ੍ਰੀਤਮ ਸਿੰਘ ਜੀ ਅਤੇ ਜਗਤ ਸਿੰਘ ਜੀ ਕਰਦੇ ਸਨ ਅਤੇ ਬੜੇ ਪ੍ਰੇਮ ਨਾਲ ਕੀਰਤਨ ਕਰਿਆ ਕਰਦੇ ਸਨ। ਬੜਾ ਹੀ ਆਨੰਦ ਬਣਦਾ ਸੀ। ਸੰਗਤ ਦੀ ਗਿਣਤੀ ਦਿਨੋਂ ਦਿਨ ਵੱਧਦੀ ਗਈ, ਜਿਸ ਕਾਰਨ ਜਲਦੀ ਹੀ ਇਸ ਛੰਨ ਦੇ ਅੱਗੇ ਇੱਕ ਹੋਰ ਛੰਨ ਬਣਾਉਣੀ ਪਈ। ਸੰਗਤ ਵਾਸਤੇ ਲੰਗਰ ਪਕਾਉਣ ਵਾਸਤੇ ਹਰੇਕ ਸੰਗਤ ਆਪਣੇ ਘਰੋਂ ਲੰਗਰ ਲਈ ਸਮਾਨ ਭਾਵ ਰਸਦ ਲੈ ਆਉਂਦੀ ਸੀ। ਸੁੱਕੀਆਂ ਰਸਤਾਂ ਆਉਣ ਨਾਲ ਸੰਗਤ ਇੱਥੇ ਰਲ ਕੇ ਆਪ ਲੰਗਰ ਤਿਆਰ ਕਰ ਲੈਂਦੀ ਸੀ। ਸਾਰੀ ਰਾਤ ਵੀ ਲੰਗਰ ਚੱਲਦਾ ਰਹਿੰਦਾ ਸੀ। ਰਹਿਣ ਸਵਾਈ ਦੇ ਭੋਗ ਦੇ ਪ੍ਰਸ਼ਾਦ ਵਰਤਾਉਣ ਉਪਰੰਤ ਸਾਰੀ ਸੰਗਤ ਲੰਗਰ ਛਕਿਆ ਕਰਦੀ ਸੀ।
ਹੁਣ ਜ਼ਰੂਰੀ ਹੋ ਗਿਆ ਸੀ ਕਿ ਸੰਗਤ ਦੇ ਬੈਠਣ, ਲੰਗਰ ਛਕਣ ਅਤੇ ਹੋਰ ਵਰਤੋਂ ਲਈ ਥਾਂ ਸਾਫ਼ ਕੀਤੀ ਜਾਵੇ। ਪਰ ਜਗ੍ਹਾ ਉਨੀ ਦੇਰ ਸਾਫ਼ ਨਹੀਂ ਹੋ ਸਕਦੀ ਸੀ ਜਿੰਨਾ ਚਿਰ ਉੱਪਰਲੇ ਦਰਖਤ ਨਾ ਵੱਢੇ ਜਾਂਦੇ। ਪਰ ਇਹਨਾਂ ਬੋਹੜਾਂ ਪਿੱਪਲਾਂ ਦੇ ਦਰਖਤਾਂ ਪ੍ਰਤੀ ਅਜੇ ਵੀ ਲੋਕਾਂ ਦੇ ਮਨ ਵਿੱਚ ਬਹੁਤ ਭੈ ਸੀ, ਜਿਨ੍ਹਾਂ ਨੂੰ ਕੋਈ ਵੀ ਵੱਢਣ ਵਾਸਤੇ ਤਿਆਰ ਨਹੀਂ ਸੀ ਅਤੇ ਨਾ ਹੀ ਕੋਈ ਵਪਾਰੀ ਖਰੀਦਣ ਵਾਸਤੇ ਤਿਆਰ ਸੀ। ਇੱਕ ਦਿਨ 3 ਵਜੇ ਸ਼ਾਮ ਨੂੰ ਪਿੰਡ ਗੋਂਦਪੁਰ ਤੋਂ ਇੱਕ ਸਿੰਘ, ਜਿਸ ਨੇ ਬਾਬਾ ਜੀ ਪਾਸੋਂ ਹੀ ਅੰਮ੍ਰਿਤ ਛਕਿਆ ਸੀ ਅਤੇ ਬੜੇ ਹੌਸਲੇ ਵਾਲਾ ਸੀ, ਆਇਆ। ਬਾਬਾ ਜੀ ਨੇ ਉਸ ਨੂੰ ਕਿਹਾ ਕਿ ਉਜਾਗਰ ਸਿੰਘ, ਜੇ ਤੂੰ ਸਾਡੇ ਨਾਲ ਥੋੜ੍ਹੀ ਮਦਦ ਕਰਵਾਵੇਂ ਤਾਂ ਸੰਗਤ ਦੀ ਸਹੂਲਤ ਵਾਸਤੇ ਇਹਨਾਂ ਬੋੜਾਂ ਦੇ ਡਾਲੇ ਵੱਢ ਸੁੱਟੀਏ। ਉਜਾਗਰ ਸਿੰਘ ਨੇ ਇੱਕ ਵਾਰੀ ਤਾਂ ਡਰਦਿਆਂ ਬਾਬਾ ਜੀ ਨੂੰ ਕਹਿਣ ਲੱਗਾ ਕਿ ਸਾਡੇ ਪਿੰਡ ਦੇ 2 ਬੰਦੇ ਜਿਨ੍ਹਾਂ ਨੇ ਇਸ ਜਗ੍ਹਾ ਤੇ ਪਿੱਪਲ ਵੱਢਣ ਦਾ ਯਤਨ ਕੀਤਾ ਸੀ, ਇੱਕ ਤਾਂ ਪਿੱਪਲ ਤੋਂ ਡਿੱਗ ਕੇ ਚੂਲਾ ਟੁੱਟ ਜਾਣ ਕਾਰਨ ਮੌਤ ਹੋ ਗਈ ਸੀ ਅਤੇ ਦੂਸਰਾ ਦਿਮਾਗੀ ਸੰਤੁਲਨ ਗਵਾ ਬੈਠਾ ਸੀ। ਆਪ ਜੀ ਦਾ ਹੁਕਮ ਮੈਂ ਮੋੜ ਨਹੀਂ ਸਕਦਾ, ਪਰ ਮੈਂ ਸਰੀਰ ਕਰਕੇ ਔਖਾ ਨਾ ਹੋਵਾਂ, ਨਾਲੇ ਕਿਤੇ ਲੋਕਾਂ ਦੀ ਹਾਸੋ ਹਾਣੀ ਵੀ ਨਾ ਹੋਵੇ। ਬਾਬਾ ਜੀ ਨੇ ਕਿਹਾ, ਬਾਣੀ ਪੜ੍ਹੀ ਹੋਈ ਹੈ, ਇੱਥੇ ਬਾਣੀ ਦਾ ਬਹੁਤ ਜਾਪ ਹੁੰਦਾ ਹੈ। ਜਦੋਂ ਅਸੀਂ ਇੱਥੇ ਆਏ ਸੀ, ਭੈੜੀਆਂ ਰੂਹਾਂ ਜੋ ਸਨ ਉਹ ਤਾਂ ਸਾਡੇ ਆਉਣ ਤੇ ਸਾਡੇ ਭਜਨ ਕਰਨ ਉਪਰੰਤ ਹੀ ਇਸ ਜਗ੍ਹਾ ਨੂੰ ਖਾਲੀ ਕਰਕੇ ਚਲੀਆਂ ਗਈਆਂ ਸਨ, ਅਤੇ ਐਵੇਂ ਵਹਿਮਾਂ ਭਰਮਾਂ ਵਿੱਚ ਨਾ ਫਸੋ। ਇੱਥੇ ਹੁਣ ਬਾਣੀ ਤੋਂ ਸਿਵਾਏ ਹੋਰ ਕੁਝ ਨਹੀਂ ਹੈ, ਬਾਕੀ ਸਾਰੀ ਜ਼ਿੰਮੇਵਾਰੀ ਮੇਰੇ ਉੱਪਰ ਛੱਡ ਦਿਓ, ਗੁਰੂ ਭਲੀ ਕਰੇਗਾ। ਉਜਾਗਰ ਸਿੰਘ ਦਰਖਤ ਉੱਪਰ ਚੜ੍ਹ ਗਿਆ ਤੇ ਬਾਬਾ ਜੀ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਖਲੋ ਕੇ ਅਰਦਾਸ ਕੀਤੀ ਤੇ ਕਿਹਾ, ਸਤਿਗੁਰ ਜੀ, ਸੰਗਤ ਦੀ ਸੇਵਾ ਵਾਸਤੇ ਅਸੀਂ ਇਹ ਕਾਰਜ ਕਰਨ ਲੱਗੇ ਹਾਂ। ਆਪ ਜੀ ਆਪਣੇ ਸੇਵਕਾਂ ਦੇ ਅੰਗ ਸੰਗ ਸਹਾਈ ਹੋਣਾ। ਅਰਦਾਸ ਉਪਰੰਤ ਉਜਾਗਰ ਸਿੰਘ ਬੋਹੜ ਉੱਪਰ ਚੜ੍ਹ ਗਿਆ ਅਤੇ ਵੱਡੇ ਵੱਡੇ ਬੋਹੜ ਦੇ ਡਾਲੇ ਵੱਢ ਦਿੱਤੇ। ਬਾਬਾ ਜੀ ਜੋ ਮਨ ਵਿੱਚ ਬਸ ਉਹਨੂੰ ਆਸ਼ੀਰਵਾਦ ਹੀ ਦੇ ਰਹੇ ਸਨ। ਬਾਬਾ ਜੀ ਆਪਣੇ ਮਨੋਂ ਉਸ ਨੂੰ ਪ੍ਰੇਰਨਾ ਵੀ ਦੇ ਰਹੇ ਸਨ। ਬਸ ਜੋ ਮਨ ਵਿੱਚ ਭਰਮ ਸੀ ਉਹ ਉਜਾਗਰ ਸਿੰਘ ਦਾ ਦੂਰ ਹੋ ਗਿਆ। ਹੁਣ ਹੋਰ ਪ੍ਰੇਮੀ ਵੀ ਇਹ ਸੇਵਾ ਵਿੱਚ ਹਿੱਸਾ ਪਾਉਣ ਲਈ ਆ ਗਏ। ਸਹਿਜੇ 4-5 ਬੋਹੜਾਂ ਵੱਢ ਕੇ ਉਹਨਾਂ ਨੇ ਬਾਲੇ, ਸ਼ਤੀਰੀਆਂ ਤੇ ਫੱਟੇ ਬਣਾ ਕੇ ਰੱਖ ਲਏ, ਤਾਂ ਜੋ ਕਿਸੇ ਸਮੇਂ ਲੋੜ ਵੇਲੇ ਇਹ ਕੰਮ ਆ ਸਕਣ ਅਤੇ ਬਾਕੀ ਲੰਗਰ ਵਿੱਚ ਬਾਲਣ ਦੀ ਵਰਤੋਂ ਕੀਤੀ ਜਾ ਸਕੇ। ਜਿਉਂ-ਜਿਉਂ ਸੰਗਤ ਵੱਧਦੀ ਗਈ, ਸਮਾਗਮ ਦੀ ਗਿਣਤੀ ਵੀ ਵੱਧਦੀ ਗਈ। ਹੁਣ ਸਾਰੇ ਹੀ ਗੁਰਪੁਰਬਾਂ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ। ਮੱਧ ਵਾਲੇ ਦਿਨ ਅੰਮ੍ਰਿਤ ਪ੍ਰਚਾਰ ਹੁੰਦਾ। ਹਰ ਸਮਾਗਮ ਵਿੱਚ ਕਾਫੀ ਪ੍ਰੇਮੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ, ਭਾਵ ਅੰਮ੍ਰਿਤ ਛਕਦੇ। ਬਾਬਾ ਜੀ ਨੇ ਬਹੁਤ ਹੀ ਪਿਆਰ ਸਤਿਕਾਰ ਨਾਲ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਸਨ। ਸੰਗਤਾਂ ਦੇ ਇਸ਼ਨਾਨ ਕਰਨ ਵਾਸਤੇ ਬਹੁਤ ਜ਼ਰੂਰਤ ਮਹਿਸੂਸ ਹੋਣ ਲੱਗੀ ਤੇ ਸੰਗਤਾਂ ਨੇ ਰਲ ਕੇ ਇਸ਼ਨਾਨ ਘਰ ਬਣਾਏ ਤੇ ਇੱਕ ਨਲਕਾ ਲਗਾ ਦਿੱਤਾ। ਕਾਫੀ ਸੰਗਤ ਹੋਣ ਕਾਰਨ ਕਈ ਵਾਰੀ ਸੰਗਤਾਂ ਨੂੰ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਸੀ, ਕਿਉਂਕਿ ਨਲਕਾ ਇੱਕੋ ਹੀ ਸੀ ਤੇ ਪਾਣੀ ਦੀ ਘਾਟ ਵੀ ਮਹਿਸੂਸ ਹੋ ਰਹੀ ਸੀ ਤੇ ਇਸ ਕਰਕੇ ਬਹੁਤ ਮੁਸ਼ਕਲ ਹੁੰਦਾ ਸੀ। ਫਿਰ ਹੌਲੀ ਸੰਗਤ ਦੇ ਸਹਿਯੋਗ ਨਾਲ ਟਿਊਬਵੈੱਲ ਲਗਾ ਦਿੱਤਾ ਗਿਆ, ਪਾਣੀ ਜਮ੍ਹਾਂ ਕਰਨ ਲਈ ਟੈਂਕੀ ਬਣਾ ਦਿੱਤੀ ਗਈ ਤੇ ਇਸ਼ਨਾਨ ਲਈ ਟੂਟੀਆਂ ਲੱਗ ਗਈਆਂ। ਬੀਬੀਆਂ ਵਾਸਤੇ ਇੱਕ ਜੁਦਾ ਇਸ਼ਨਾਨ ਘਰ ਬਣਾ ਲਿਆ ਗਿਆ। ਟਿਊਬਵੈੱਲ ਲੱਗਣ ਨਾਲ ਇਸ਼ਨਾਨ ਕਰਨ ਅਤੇ ਹੋਰ ਪਾਣੀ ਦੀ ਵਰਤੋਂ ਦੀ ਕਾਫੀ ਸੌਖ ਹੋ ਗਈ। ਬਾਬਾ ਜੀ ਨੂੰ ਜਿਵੇਂ ਪਤਾ ਲੱਗਦਾ ਗਿਆ, ਤਿਵੇਂ ਉਹ ਸੰਗਤ ਦਾ ਲਾਹਾ ਪ੍ਰਾਪਤ ਕਰਨ ਲਈ ਆਉਣ ਲੱਗ ਪਏ, ਕਿਉਂਕਿ ਸੰਗਤ ਆਉਣ ਨਾਲ ਹੀ ਭਾਈਵਾਲਤਾ, ਗੁਰਸਿੱਖੀ ਵੱਧਦੀ ਸੀ। ਇਸੇ ਕਰਕੇ ਸੰਗਤ ਵਿੱਚ ਵੀ ਵਾਧਾ ਹੋਣ ਲੱਗਾ ਤੇ ਬਾਬਾ ਜੀ ਦਾ ਨਾਂ ਵੀ ਸਾਰੇ ਪਾਸੇ ਉਜਾਗਰ ਹੋਣ ਲੱਗਾ। ਫਿਰ ਰਹਿਣ ਸਵਾਈ ਕੀਰਤਨ ਵਿੱਚ ਸਾਰੀ ਰਾਤ ਕੀਰਤਨ ਦਾ ਆਨੰਦ ਸੰਗਤ ਲੈਂਦੀ ਸੀ ਤੇ ਲਾਹੇ ਪ੍ਰਾਪਤ ਵੀ ਕਰਦੀ ਸੀ। ਗੁਰਦੁਆਰਾ ਬਣਾਉਣ ਦੀ ਫਿਰ ਪ੍ਰੇਰਨਾ ਬਾਬਾ ਜੀ ਨੂੰ ਸੰਗਤ ਨੇ ਬਹੁਤ ਜ਼ੋਰ ਪਾਇਆ। ਬਾਬਾ ਜੀ ਬਹੁਤ ਖਿਲਾਰੇ ਤੋਂ ਸੰਕੋਚ ਕਰਦੇ ਸਨ ਕਿ ਇਹ ਖਿਲਾਰਾ ਕਿਸੇ ਸਮੇਂ ਬ੍ਰਿਤੀ ਦਾ ਖਿਡਾਓ ਕਰ ਸਕਦਾ ਹੈ ਤੇ ਦੁੱਖ ਰੂਪ ਬਣ ਸਕਦਾ ਹੈ। ਸਮਾਗਮ ਵਿੱਚ
ਵਰਤੋਂ ਪਿੱਛੋਂ ਜਿੰਨੀ ਵੀ ਮਾਇਆ ਬਚਣੀ, ਉਹ ਮਾਇਆ ਦੇ ਹਲਵਾਈ ਪਾਸੋਂ ਲੱਡੂ ਬਣਵਾ ਕੇ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਵਰਤਾ ਦੇਣੇ। ਜੋ ਵੱਧ ਜਾਣ ਉਹ ਸੜਕ ਵਿੱਚ ਆਉਣ ਵਾਲੀ ਸੰਗਤ ਨੂੰ ਵਰਤਾ ਕੇ ਆਪ ਵਿਹਲੇ ਹੋ ਕੇ ਮੁੜ ਡੇਰੇ ਪਰ ਆ ਜਾਣਾ। ਬਾਬਾ ਜੀ ਬਹੁਤ ਜ਼ਿਆਦਾ ਖਿਲਾਰੇ ਵਿੱਚ ਨਹੀਂ ਪੈਣਾ ਚਾਹੁੰਦੇ ਸਨ, ਪਰ 1957 ਈਸਵੀ ਦੇ ਅੱਸੂ ਦੇ ਸਮਾਗਮ ਉਪਰੰਤ ਕੁਝ ਪ੍ਰੇਮੀ ਸਿੰਘਾਂ ਨੇ ਆਪ ਜੀ ਨੂੰ ਬੇਨਤੀ ਕੀਤੀ ਕਿ ਸੰਗਤ ਦੀ ਸਹੂਲਤ ਅਤੇ ਲਾਹਾ ਪ੍ਰਾਪਤ ਕਰਨ ਲਈ ਬਾਬਾ ਜੀ ਇੱਕ ਵੱਡੇ ਗੁਰਦੁਆਰਾ ਸਾਹਿਬ ਦੀ ਕਾਇਮ ਜ਼ਰੂਰੀ ਕਰਨਾ ਚਾਹੀਦਾ ਹੈ। ਬਾਬਾ ਜੀ ਨੇ ਸੰਗਤ ਦਾ ਕਿਹਾ ਵੀ ਨਾ ਮੋੜਿਆ ਅਤੇ ਉੱਤਰ ਦਿੱਤਾ ਕਿ ਜਦੋਂ ਗੁਰੂ ਮਹਾਰਾਜ ਨੂੰ ਭਾਵੇਗਾ ਉਹ ਆਪਣੇ ਆਪ ਹੀ ਬਣ ਜਾਵੇਗਾ। ਤੁਹਾਡਾ ਫੁਰਨਾ ਜ਼ਰੂਰ ਪੂਰਾ ਹੋਵੇਗਾ ਜਦੋਂ ਸਤਿਗੁਰ ਚਾਹਣਗੇ, ਸਤਿਗੁਰਾਂ ਪਾਸੋਂ ਆਸ਼ੀਰਵਾਦ ਹੋਵੇਗਾ। ਸੰਗਤਾਂ ਨੇ ਆਪੋ ਆਪਣੀ ਵਿੱਤ ਅਨੁਸਾਰ ਮਾਇਆ ਇਕੱਤਰ ਕਰਕੇ ਵੀ ਬਾਬਾ ਜੀ ਨੂੰ ਦੇ ਦਿੱਤੀ, ਜੋ ਤਕਰੀਬਨ 3000 ਰੁਪਏ ਦੇ ਨੇੜੇ ਸੀ। ਬਾਬਾ ਜੀ ਨੇ ਇਹ ਮਾਇਆ ਸਰਦਾਰ ਲਾਭ ਸਿੰਘ ਜੀ ਦੇ ਪਾਸ ਅਮਾਨਤ ਵਜੋਂ ਰੱਖ ਦਿੱਤੀ। 1 ਸਾਲ ਹੋਰ ਬੀਤ ਗਿਆ। ਸਮਾਗਮ ਤੇ ਫਿਰ ਸੰਗਤਾਂ ਇਕੱਤਰ ਹੋਈਆਂ ਅਤੇ ਪਿਛਲੇ ਕੁਝ ਸਾਲਾਂ ਵਾਲੀ ਬੇਨਤੀ ਫਿਰ ਦੁਹਰਾਈ। ਬਾਬਾ ਜੀ ਨੇ ਸੰਗਤ ਨੂੰ ਉੱਤਰ ਦਿੱਤਾ ਕਿ ਭਾਈ, ਜਿਹੜਾ ਕੰਮ ਸਹਿਜ ਨਾਲ ਹੋਵੇ ਉਹ ਬਹੁਤ ਚੰਗਾ ਹੁੰਦਾ ਹੈ, ਇਸ ਲਈ ਇਹ ਗੁਰੂ ਪਾਤਸ਼ਾਹ ਜੀ ਉੱਪਰ ਛੱਡ ਦੇਵੋ। ਅਸੀਂ ਸਤਿਗੁਰ ਜੀ ਨੂੰ ਹੀ ਭਾਵਿਆ ਸੋਹੀ ਕਾਰਜ ਰਾਸ ਆਵਣਗੇ, ਉਹ ਕਾਰਜ ਆਪੇ ਹੀ ਸੁਤੇ ਸਿੱਧਾ ਪੂਰੇ ਹੋ ਜਾਣਗੇ। ਅੱਸੂ ਦੇ ਸਮਾਗਮ ਤੋਂ ਅਗਲੀ ਸ਼ਾਮ ਬਾਬਾ ਜੀ ਨੂੰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਤੱਖ ਦਰਸ਼ਨ ਹੋਏ ਅਤੇ ਸਤਿਗੁਰਾਂ ਨੇ ਵਚਨ ਕੀਤਾ ਕਿ ਭਾਈ ਹਰਨਾਮ ਸਿੰਘ ਜੀ, ਤੁਹਾਨੂੰ ਇਸ ਸਥਾਨ ਤੇ ਅਸੀਂ ਸੰਗਤ ਨੂੰ ਪਰਮੇਸ਼ਵਰ ਦੇ ਨਾਲ ਜੋੜਨ ਵਾਸਤੇ ਭੇਜਿਆ ਹੈ। ਇਹ ਅਸਥਾਨ ਗੁਰਸਿੱਖੀ ਪ੍ਰਚਾਰ ਦਾ ਕੇਂਦਰ ਬਣਾਉਣਾ ਹੈ। ਸੰਗਤ ਜੋ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਲਈ ਕਹਿੰਦੀ ਹੈ, ਉਹਨਾਂ ਨੂੰ ਵੀ ਅਸੀਂ ਹੀ ਪ੍ਰੇਰਣਾ ਦਿੱਤੀ ਹੈ। ਇਹ ਅਸਥਾਨ ਜਿੱਥੇ ਤੁਹਾਨੂੰ ਬਿਠਾਇਆ ਹੈ ਪੁਰਾਣੇ ਰਿਸ਼ੀਆਂ ਦੀ ਤਪੋ ਭੂਮੀ ਹੈ। ਇਸੇ ਹੀ ਅਸਥਾਨ ਤੇ ਦੁਆਪਰ ਵਿੱਚ ਕ੍ਰਿਸ਼ਨ ਜੀ ਪਾਂਡਵਾਂ ਨੂੰ ਆ ਕੇ ਮਿਲੇ ਸਨ। ਉਪਰੰਤ ਹੋਰ ਕਈ ਮਹਾਪੁਰਸ਼ਾਂ ਨੇ ਵੀ ਇੱਥੇ ਤਪ ਕੀਤਾ ਹੈ। ਅਸੀਂ ਵੀ ਯੋਧਿਆਂ ਸਮੇਤ ਇਸ ਸਥਾਨ ਤੇ ਆਏ ਸੀ ਅਤੇ ਕੁਝ ਸਮਾਂ ਆਰਾਮ ਕਰਕੇ ਗਏ ਸੀ। ਇੱਥੇ ਗੁਰਦੁਆਰਾ ਸਾਹਿਬ ਬਣਨਾ ਹੈ ਅਤੇ ਨਾਮ ਸਿਮਰਨ ਗੁਰਬਾਣੀ ਪ੍ਰਚਾਰ ਦੁਆਰਾ ਬੇਅੰਤ ਪ੍ਰਾਣੀਆਂ ਦਾ ਉਧਾਰ ਹੋਣਾ ਹੈ। ਤੁਸੀਂ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਆਰੰਭ ਕਰ ਦੇਵੋ। ਕਿਸੇ ਕਿਸਮ ਦੀ ਕੋਈ ਅੜਚਣ ਨਹੀਂ ਪਵੇਗੀ। ਜਿਸ ਨੂੰ ਤੁਸੀਂ ਖਲਾਰਾ ਸਮਝ ਰਹੇ ਹੋ, ਇਹ ਪਸਾਰੇ ਦਾ ਤੁਹਾਡੀ ਬਿਰਤੀ ਤੇ ਕੋਈ ਵੀ ਅਸਰ ਨਹੀਂ ਪਵੇਗਾ, ਸਗੋਂ ਤੁਹਾਨੂੰ ਇਸ ਸੇਵਾ ਵਿੱਚੋਂ ਆਤਮਿਕ ਲਾਹਾ ਮਿਲੇਗਾ। ਸਤਿਗੁਰੂ ਜੀ ਦਾ ਹੁਕਮ ਮਿਲਣ ਤੇ ਅਗਲੇ ਹੀ ਦਿਨ ਸੰਗਤ ਨੂੰ ਦੇ ਸਮਾਗਮ ਤੇ ਆਈ ਸੀ। ਜੋ ਸੰਗਤ ਅੱਸੂ ਦੇ ਸਮਾਗਮ ਤੇ ਆਈ ਸੀ, ਬਾਬਾ ਜੀ ਨੇ ਇਕੱਤਰ ਕਰਕੇ ਕਿਹਾ ਕਿ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰਸ਼ਾਦ ਲੈ ਕੇ ਚੱਲੀਏ। ਹੁਕਮਨਾਮਾ ਲਈਏ ਕਿ ਗੁਰੂ ਮਹਾਰਾਜ ਜੀ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਵਾਸਤੇ ਕੀ ਹੁਕਮ ਕਰਦੇ ਹਨ। ਬਾਬਾ ਜੀ ਨੇ ਸੰਗਤ ਨੂੰ ਬੇਨਤੀ ਕਰਨ ਲਈ ਨਾਲ ਇਕੱਤਰ ਕਰ ਲਿਆ। ਸੰਗਤ ਨੇ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਕਰਨ ਦਾ ਮਹਾਰਾਜ ਅੱਗੇ ਬੇਨਤੀ ਕੀਤੀ ਤੇ ਮਹਾਰਾਜ ਜੀ ਨੇ ਬਹੁਤ ਹੀ ਖੁਸ਼ੀ ਭਰਿਆ ਹੁਕਮਨਾਮਾ ਬਖਸ਼ਿਆ। ਸਤਿਗੁਰੂ ਜੀ ਨੇ ਵੀ ਪ੍ਰਵਾਨਗੀ ਦੇ ਦਿੱਤੀ, ਜੋ ਜਲਦੀ ਹੀ ਉਸਾਰੀ ਆਰੰਭ ਕਰ ਦਿੱਤੀ ਗਈ। ਸੰਗਤ ਅਤਿਅੰਤ ਪ੍ਰਸੰਨ ਹੋਈ, ਕਿਉਂਕਿ 3-4 ਸਾਲ ਤੋਂ ਸੰਗਤ ਦਾ ਇਹ ਫੁਰਨਾ ਸਾਕਾਰ ਨਹੀਂ ਹੋ ਰਿਹਾ ਸੀ। ਜਦ ਇਸ ਫੁਰਨੇ ਨੇ ਸਤਿਗੁਰੂ ਜੀ ਦੇ ਹੁਕਮ ਵਿੱਚ ਮੋੜਾ ਖਾਧਾ ਤਾਂ ਸੰਗਤ ਦੀ ਪ੍ਰਸੰਨਤਾ ਹੋਣੀ ਲਾਜ਼ਮੀ ਸੀ। ਸੋ ਇਹ ਮਤਾ 7 ਸਤੰਬਰ 1958 ਨੂੰ ਗੁਰੂ ਪ੍ਰਵਾਨਗੀ ਨਾਲ ਪਾਸ ਹੋਇਆ। ਉਸਾਰੀ ਵਾਸਤੇ ਲੋੜੀਂਦਾ ਸਮਾਨ ਆਉਣਾ ਸ਼ੁਰੂ ਹੋ ਗਿਆ ਤੇ ਗੁਰਦੁਆਰਾ ਸਾਹਿਬ ਰਾਮਪੁਰ ਖੇੜਾ ਬਣਨਾ ਆਰੰਭ ਹੋਣਾ ਸ਼ੁਰੂ ਹੋ ਗਿਆ ਤੇ ਜਿਸ ਦਾ ਦਰਸ਼ਨ ਕਰਕੇ ਹੁਣ ਤੱਕ ਸੰਗਤਾਂ ਬੇਅੰਤ ਲਾਹਾ ਪ੍ਰਾਪਤ ਕਰ ਰਹੀਆਂ ਹਨ। ਕਿਉਂਕਿ ਜਿੱਥੇ ਵੀ ਕੋਈ ਗੁਰੂ ਮਹਾਰਾਜ, ਕੋਈ ਰਿਸ਼ੀ ਮੁਨੀ ਬੈਠੇ ਹੁੰਦੇ ਹਨ, ਉਹ ਹੁਣ ਦੀ ਤਪੱਸਿਆ ਨਹੀਂ ਹੁੰਦੀ। ਬਹੁਤ ਚਿਰਾਂ, ਬਹੁਤ ਸਦੀਆਂ ਤੋਂ ਉੱਥੇ ਰਿਸ਼ੀ ਮੁਨੀ
ਅਵਤਾਰ ਆਉਂਦੇ ਆ, ਭਗਤੀਆਂ ਹੁੰਦੀਆਂ, ਤਾਂ ਉਹ ਜਾ ਕੇ ਇਸ ਕਲਯੁਗ ਦੇ ਵਿੱਚ ਉਹ ਧਰਤੀ ਪ੍ਰਗਟ ਹੁੰਦੀ ਹੈ। ਤਾਂ ਹੀ ਕਿਤੇ ਵੀ ਗੁਰਦੁਆਰੇ ਜਾ ਕੇ ਕਿਸੇ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ, ਕਿਉਂਕਿ ਉੱਥੇ ਇਸ ਜਨਮ ਦਾ, ਇਸ ਵਾਰ ਦਾ ਫਲ ਨਹੀਂ ਹੁੰਦਾ। ਉੱਥੇ ਬਹੁਤ ਚਿਰ ਪਹਿਲਾਂ ਤੋਂ ਹੀ ਭਗਤੀ ਸਿਮਰਨ ਚੱਲਦਾ ਆ ਰਿਹਾ ਹੈ, ਜਿਸ ਨੂੰ ਕਰਕੇ ਸੰਗਤ ਬੇਅੰਤ ਲਾਹਾ ਪ੍ਰਾਪਤ ਕਰਦੀ ਹੈ। ਸਰੋਵਰ ਵਿੱਚ ਇਸ਼ਨਾਨ ਕਰਕੇ ਸੰਗਤ ਬੇਅੰਤ ਲਾਹਾ ਪ੍ਰਾਪਤ ਕਰਦੀ ਹੈ। ਇਸੇ ਕਰਕੇ ਹੀ ਸਭ ਬਾਣੀ ਪੜ੍ਹਿਆ ਕਰੋ, ਗੁਰੂ ਧਾਮਾਂ ਦੇ ਦਰਸ਼ਨ ਜ਼ਰੂਰ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।